ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਵਲੇ ਹੋ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਅ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁਪੈ ਚੁਪ ਨਾ ਹੋਵਈ, ਜੇ ਲਾਏ ਰਾਹ ਲਿਵਤਾਰ। ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਸਹਸ ਸਿਆਣਪਾ ਲੱਖ ਹੋਹੇ, ਤਾਂ ਇੱਕ ਨ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਦੀ, ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਵਿਆਖਿਆ ਆਰੰਭ ਹੋਈ ਹੈ। ਕੱਲ੍ਹ ਅਸੀਂ ਨਾਨਕ ਹੋਸੀ ਭੀ ਸੱਚ ਤੱਕ ਹਜ਼ੂਰ ਦੇ ਮੁੱਖ ਵਾਕ ਬਚਨਾਂ ਨੂੰ ਵਿਚਾਰਿਆ ਸੀ, ਜਿਨ੍ਹਾਂ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਔਰ ਇਹ ਵੀ ਬੇਨਤੀ ਕੀਤੀ ਸੀ ਕਿ ਸਾਡੇ ਪੰਥ ਵਿੱਚ ਇੱਕ ਪੱਖ ਵਿਦਵਾਨਾਂ ਦਾ ਉਹ ਵੀ ਹੈ ਜੋ ਗੁਰਪ੍ਰਸਾਦ ਤੱਕ ਮੂਲ ਮੰਤਰ ਮੰਨਦੇ ਹਨ। ਔਰ ਜਪ ਤੋਂ ਅੱਗੇ ਜੋ ਹੈ 4 ਪੰਕਤੀਆਂ, 4 ਬਚਨ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹਨਾਂ ਨੂੰ ਜਪਜੀ ਸਾਹਿਬ ਬਾਣੀ ਦਾ ਪਹਿਲਾ ਮੁੱਢਲਾ ਸ਼ਲੋਕ ਮੰਨਦੇ ਨੇ। ਰਹੋ ਵਿਚਾਰ, ਸਾਰੇ ਦੇ ਸਾਰੇ ਬਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੀ ਉਚਾਰਨ ਕੀਤੇ ਹੋਏ ਨੇ। ਔਰ ਗੁਰਬਾਣੀ ਦੇ ਉਚਾਰਨ ਬਾਰੇ ਕੱਲ੍ਹ ਕੁਛ ਵਿਚਾਰਾਂ ਦਾ ਆਸਨ ਸਾਂਝੀਆਂ ਕੀਤੀਆਂ ਸੀ। ਕੁਛ ਹੋਰ ਵੀ ਫੁਰਨਾ ਮਨ 'ਚ ਖਿਆਲ ਆਇਆ ਕਿ ਆਪ ਜੀ ਨਾਲ ਹੋਰ ਬਚਨ ਵੀ ਕੁਝ ਸਾਂਝੇ ਕੀਤੇ ਜਾਣ ਇਸ ਸੰਬੰਧ ਵਿੱਚ। ਗੁਰਬਾਣੀ ਅਨੇਕਾਂ ਭਾਸ਼ਾਵਾਂ ਵਿੱਚ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਹੈ। ਜਿਵੇਂ ਕੱਲ੍ਹ ਇੱਕ ਵਿਦਵਾਨ ਸੱਜਣ ਦਾ ਜ਼ਿਕਰ ਕੀਤਾ ਸੀ, ਸ਼੍ਰੀਮਾਨ ਡਾਕਟਰ ਹਰਕੀਰਤ ਸਿੰਘ ਜੀ। ਉਹਨਾਂ ਨੇ ਜੋ ਗੁਰਬਾਣੀ ਦੀ ਭਾਸ਼ਾ ਅਤੇ ਵਿਆਕਰਨ ਨਾਮ ਦੀ ਕਿਤਾਬ ਲਿਖੀ ਹੈ, ਉਸ ਦੇ ਅੰਦਰ ਉਹਨਾਂ ਨੇ ਗੁਰਬਾਣੀ ਦੇ ਵਿਆਕਰਨ ਨੂੰ 4 ਹਿੱਸਿਆਂ 'ਚ ਵੰਡਿਆ। ਪਹਿਲੇ ਪਾਤਸ਼ਾਹ ਤੋਂ ਪੰਚਮ ਪਾਤਸ਼ਾਹ ਤੱਕ ਦੀ ਬਾਣੀ, ਕਿਉਂਕਿ ਉਹ ਭਾਸ਼ਾ ਵਿਗਿਆਨੀ ਹਨ ਅਤੇ ਉਹ ਕਹਿੰਦੇ ਵੀ ਇਹ ਲਹਿੰਦੀ ਪੰਜਾਬੀ ਵਿੱਚ ਉਚਾਰਨ ਹੋਈ ਹੈ। ਦੂਸਰਾ ਹਿੱਸਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ, ਜੋ ਕਿ ਬ੍ਰਿਜ ਭਾਸ਼ਾ ਵਿੱਚ ਉਚਾਰਨ ਹੋਈ ਹੈ। ਔਰ ਭਗਤਾਂ ਦੀ ਬਾਣੀ ਵਿੱਚੋਂ 4 ਭਗਤਾਂ ਦੀ ਬਾਣੀ ਦਾ ਵਿਆਕਰਨ ਉਹਨਾਂ ਲਿਖਿਆ। ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ। ਕਿਉਂਕਿ ਇਹਨਾਂ 4 ਭਗਤਾਂ ਦੀ ਹੀ ਜ਼ਿਆਦਾ ਬਾਣੀ, ਬਾਕੀ ਭਗਤਾਂ ਦੀ ਬਾਣੀ ਘੱਟ ਹੈ, ਥੋੜ੍ਹੀ ਗਿਣਤੀ ਵਿੱਚ ਹੈ। ਔਰ ਭੱਟਾਂ ਦੇ ਸਵਈਏ
ਚੌਥਾ ਹਿੱਸਾ ਉਹਨਾਂ ਨੇ ਇਹ ਬਿਆਨ ਕੀਤਾ ਕਿ ਇਹ ਚੌਥਾ ਭਾਗ ਵਿਆਕਰਨ ਦਾ ਹੈ। ਉਂਝ ਵਿਦਵਾਨਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ 172 ਦੇ ਕਰੀਬ ਭਾਸ਼ਾਵਾਂ ਸਤਿਗੁਰੂ ਜੀ ਨੇ ਵਰਤੀਆਂ, ਅਤੇ ਇਸ ਕਰਕੇ ਜੇ ਵਿਆਕਰਨ ਦੀ ਗੱਲ ਕਰੀਏ ਤਾਂ 172 ਭਾਸ਼ਾਵਾਂ ਦਾ ਜੋ ਗਿਆਨਵਾਨ ਹੋਵੇ ਅਤੇ ਉਹਨਾਂ ਦੀ 172 ਭਾਸ਼ਾਵਾਂ ਦੇ ਵਿਆਕਰਨ ਵੀ ਜਾਣਦਾ ਹੋਏ, ਉਹੀ ਸਹੀ ਢੰਗ ਨਾਲ ਬਿਆਨ ਕਰ ਸਕਦਾ, ਦੱਸ ਸਕਦਾ। ਫਿਰ ਵੀ ਗੁਰਬਾਣੀ ਦਾ, ਸਤਿਗੁਰਾਂ ਦੇ ਇਸ ਇਲਾਹੀ ਫਰਮਾਨਾਂ ਦਾ ਕੋਈ ਅੰਤ ਨਹੀਂ ਹੈ। ਇਹ ਧੁਰੋਂ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਸਤਿਗੁਰੂ ਜੀ ਇਲਹਾਮ, ਰੱਬੀ ਇਲਹਾਮ ਅੱਖਰਾਂ ਦੇ ਰੂਪ ਵਿੱਚ ਸਤਿਗੁਰਾਂ ਨੇ ਪ੍ਰਗਟ ਕੀਤਾ। ਵੈਸੇ ਗੁਰਬਾਣੀ ਵਿੱਚ ਵਿਆਕਰਨ ਸਤਿਗੁਰਾਂ ਨੇ ਪਾਇਆ ਹੈ ਜ਼ਰੂਰ, ਪਰ ਸਾਰੀਆਂ ਥਾਵਾਂ 'ਤੇ ਵਿਆਕਰਨ ਦੇ ਨਿਯਮ ਲਾਗੂ ਨਹੀਂ ਹੁੰਦੇ, ਕਿਉਂਕਿ ਗੁਰਬਾਣੀ ਕਾਵਿ ਦੇ ਵਿੱਚ ਹੈ। ਪਿੰਗਲ ਵਿੱਚ ਕਈ ਥਾਵਾਂ 'ਤੇ ਵਿਆਕਰਨ ਦੇ ਨਿਯਮ ਲਾਗੂ ਵੀ ਨਹੀਂ ਹੁੰਦੇ। ਆਉਣ ਵਾਲੇ ਸਮੇਂ 'ਚ ਦਾਸ ਥਾਵਾਂ 'ਤੇ ਨਾਲ ਹੀ ਨਾਲ ਬੇਨਤੀ ਕਰਦਾ ਜਾਏਗਾ। ਜਪ, ਆਪ ਸਭ ਜਾਣਦੇ ਹੋ ਕਿ ਸਤਿਗੁਰਾਂ ਦੇ 3 ਮੁੱਢਲੇ ਉਪਦੇਸ਼ ਨੇ। ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ। ਇਹਦੇ ਵਿੱਚ ਹੀ ਸਤਿਗੁਰੂ ਮਹਾਰਾਜ ਦਾ ਸਾਰਾ ਉਪਦੇਸ਼ ਤਕਰੀਬਨ ਆ ਜਾਂਦਾ। ਔਰ ਹੁਣ ਪ੍ਰਸ਼ਨ ਉੱਠਦਾ ਹੈ ਕਿ ਨਾਮ ਕਿਸ ਦਾ ਜਪਣਾ ਅਤੇ ਕਿਸ ਸਮੇਂ ਜਪਣਾ ਅਤੇ ਕਿਸ ਤਰੀਕੇ ਨਾਲ ਜਪਣਾ, ਕਿਉਂ ਜਪਣਾ ਆਦਿਕ ਪ੍ਰਸ਼ਨ ਜਨਮ ਲੈਂਦੇ ਨੇ। ਪਰਮਾਰਥ ਦੇ ਕਈ ਰਾਹ ਹਿੰਦੁਸਤਾਨ ਵਿੱਚ ਜਾਂ ਦੂਜਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਚੱਲਦੇ ਸਨ ਉਦੋਂ ਵੀ, ਅਤੇ ਅੱਜ ਵੀ ਲੋਕਾਂ ਨੇ ਕਈ ਰਾਹ, ਪੰਥ, ਮਤ ਧਾਰਨ ਕੀਤੇ ਹੋਏ ਨੇ। ਪਰ ਸਤਿਗੁਰੂ ਮਹਾਰਾਜ ਨੇ ਇਸ ਮਨੁੱਖੀ ਮਨ ਦੀ ਮੈਲ ਉਤਾਰਨ ਦਾ, ਵਾਹਿਗੁਰੂ ਜੀ ਦੇ ਨਜ਼ਦੀਕ ਹੋਣ ਦਾ, ਪਰਮਾਤਮਾ ਦੇ ਦਰ 'ਤੇ ਪ੍ਰਵਾਨ ਚੜ੍ਹਨ ਦਾ ਤਰੀਕਾ ਨਾਮ ਦਾ ਜਪ ਦੱਸਿਆ ਹੈ। ਔਰ ਜਿਸ ਦਾ ਨਾਮ ਜਪਣਾ ਹੈ ਉਸ ਦਾ ਸਰੂਪ ਕੀ ਹੈ, ਇਹ ਵੀ ਗਿਆਨ ਹੋਣਾ ਬੜਾ ਜ਼ਰੂਰੀ ਹੈ। ਪਰਮਾਤਮਾ ਵਿਅਕਤੀ ਨਹੀਂ ਹੈ, ਇੱਕ ਸ਼ਕਤੀ ਹੈ। ਜਪ ਸਾਹਿਬ ਦੇ ਮੁੱਢ ਵਿੱਚ ਹੀ ਸਤਿਗੁਰਾਂ ਨੇ ਦੱਸਿਆ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਔਰ ਉਹ ਜੋ ਸੱਚ ਸਰੂਪ ਹੈ ਵਾਹਿਗੁਰੂ, ਉਹ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਜੇ ਵਿਅਕਤੀ ਮੰਨਿਆ ਜਾਏ ਤਾਂ ਫਿਰ ਉਸ ਦੇ ਮਾਤਾ ਪਿਤਾ ਵੀ ਹੋਣਗੇ ਅਤੇ ਵਿਅਕਤੀ ਦਾ ਖਾਤਮਾ ਵੀ ਹੋਵੇਗਾ, ਜਨਮ ਵੀ ਹੋਵੇਗਾ ਅਤੇ ਮਰਨ ਵੀ ਹੋਵੇਗਾ। ਪਰ ਪਰਮਾਤਮਾ ਬਾਰੇ ਦੱਸ ਦਿੱਤਾ, ਅਜੂਨੀ, ਅਜਨਮਾ ਸਰੂਪ ਹੈ, ਅਜਨਮ ਹੈ। ਨਮਸਤੰ ਅਮਰਨੇ ਨਮਸਤੰ ਅਜਰਨੇ ਨਮਸਤੰ ਅਜਨਮੇ ਨਮਸਤੰ ਸੁਬਨਮੇ ਆਦਿਕ ਵਚਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀਤੇ ਹਨ। ਜਿਵੇਂ ਅਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਐਸਾ ਸਰੂਪ ਹੈ ਵਾਹਿਗੁਰੂ ਜੀ ਦਾ ਕਿ ਜੋ ਜਨਮ ਮਰਨ ਤੋਂ ਰਹਿਤ ਹੈ ਔਰ ਵਿਅਕਤੀ ਨਹੀਂ ਹੈ। ਜੇ ਵਿਅਕਤੀ ਹੋਵੇ ਤਾਂ ਫਿਰ ਵਿਅਕਤੀ ਵੀ 2 ਤਰ੍ਹਾਂ ਦੇ ਨੇ। ਇਹ ਵੀ ਫਿਰ ਜਾਣਕਾਰੀ ਚਾਹੀਦੀ ਹੈ ਕਿ ਉਹ ਨਰ ਹੈ ਕਿ ਨਾਰੀ ਹੈ। ਪਰਮਾਤਮਾ ਨਾ ਨਰ ਹੈ ਨਾ ਨਾਰੀ ਹੈ। ਹਜ਼ੂਰ ਕਹਿੰਦੇ ਨੇ, ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ, ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ, ਤਿਰ ਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸੱਚੇ ਸਰਣਾਈ। ਔਰ ਇਹ ਵੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਨੇ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰ ਤਨ ਭਾਉ ਪ੍ਰਕਾਸ਼ ਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹਿ ਸਾਹਾਨ ਗਣਿਜੈ, ਤਰ ਭਵਨ ਮਹੀ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤੈ ਸਰਬਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਅਰੂਪ ਹੈ ਅਨੂਪ ਹੈ, ਤੇਰਾ ਕੋਈ ਰੂਪ ਆਕਾਰ ਨਹੀਂ ਹੈ, ਪਰ ਇਸ ਦੇ ਬਾਵਜੂਦ ਵੀ ਤੂੰ ਅਨੂਪ ਲਸਾਨੀ ਉਪਮਾ ਵਾਲਾ, ਭਾਵ ਬਹੁਤ ਸੁੰਦਰ ਹੈ। ਇਸ ਤਰ੍ਹਾਂ ਦਾ ਸਰੂਪ ਸਤਿਗੁਰਾਂ ਨੇ ਵਾਹਿਗੁਰੂ ਪਰਮਾਤਮਾ ਦਾ ਵਰਣਨ ਕੀਤਾ ਹੈ। ਔਰ ਉਸ ਅਦਿਖ ਅਦ੍ਰਿਸ਼ਟ ਰੂਪ ਆਕਾਰਾਂ ਤੋਂ ਰਹਿਤ
ਨਿਰਾਕਾਰ ਨਿਰੰਕਾਰ ਪਰਮਾਤਮਾ ਦਾ ਜਾਪ ਕਰਨ ਦਾ ਉਪਦੇਸ਼ ਦਿੱਤਾ ਹੈ। ਜਪਣੇ ਯੋਗ ਵਾਹਿਗੁਰੂ ਦਾ ਨਾਮ ਜਪੋ। ਇਸ ਬਾਣੀ ਦਾ ਨਾਮ ਰੱਖਿਆ ਜਪ। ਸਿੱਖ ਸਤਿਕਾਰ ਨਾਲ ਜਪ ਸਾਹਿਬ ਜਾਂ ਜਪ ਜੀ ਸਾਹਿਬ ਉਚਾਰਨ ਕਰਦੇ ਨੇ। ਔਰ ਇੱਕ ਹੋਰ ਬੇਨਤੀ ਕਿ ਤਤਕਰੇ ਦੇ ਅੰਦਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦਾ ਤਤਕਰਾ ਹੈ, ਉੱਥੇ ਜਪ ਸਾਹਿਬ ਬਾਣੀ ਦਾ ਨਾਮ ਜਪ ਨਿਸ਼ਾਨ ਲਿਖਿਆ ਹੋਇਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਜਪ ਨਿਸ਼ਾਨ ਸ਼ਬਦ ਦੇ ਕਈ ਅਰਥ ਨੇ, ਪਰ ਇੱਥੇ ਅਰਥ ਹੈ ਰਾਹਦਾਰੀ। ਨਿਸ਼ਾਨ ਦਾ ਅਰਥ ਹੈ ਨਿਸ਼ਾਨ, ਚਿੰਨ੍ਹ, ਧੌਂਸਾ, ਨਗਾਰਾ, ਟੋਂਬੂ, ਪਰਵਾਨਾ, ਰਾਹਦਾਰੀ। ਪਰਲੋਕ ਦੀ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਚੜ੍ਹਨ ਦੀ ਇਹ ਰਾਹਦਾਰੀ ਹੈ। ਸੋ ਇਹ ਸਾਰੇ ਜਪ ਸਾਹਿਬ ਬਾਣੀ ਵਿੱਚ ਪਰਮਾਤਮਾ ਦੇ ਨਾਮ ਜਪਣਾ, ਕਿਸ ਵੇਲੇ ਜਪਣਾ, ਔਰ ਉਹ ਵਾਹਿਗੁਰੂ ਕਿਹੋ ਜਿਹਾ ਹੈ ਤੇ ਜਪਣ ਨਾਲ ਮਿਲਦਾ ਕੀ, ਪ੍ਰਾਪਤੀ ਕੀ ਹੁੰਦੀ ਹੈ, ਇਹ ਸਾਰਾ ਜਪਜੀ ਸਾਹਿਬ ਦੇ ਅੰਦਰ ਸਤਿਗੁਰੂ ਜੀ ਨੇ ਖੁਲਾਸਾ ਕੀਤਾ ਹੈ। ਆਓ ਸਤਿਗੁਰੂ ਦੇ ਮੁੱਖ ਵਾਕ ਬਚਨਾਂ ਨੂੰ ਅੱਗੇ ਵਿਚਾਰੀਏ, ਜੋ ਪਿੱਛੇ ਵੀ ਸ੍ਰਿਸ਼ਟੀ ਦੇ ਮੁੱਢ ਵਿੱਚ ਵੀ ਆਦਿ ਤੋਂ ਹੀ ਸੱਚ ਸਰੂਪ ਹੈ। ਜਦੋਂ ਸਮਾਂ ਬਣਿਆ, ਯੁੱਗ ਆਦਿਕ ਹੋਂਦ ਵਿੱਚ ਆਏ, ਉਹਨਾਂ ਦੇ ਮੁੱਢ ਵਿੱਚ ਵੀ ਸੱਚ ਸਰੂਪ ਸੀ, ਹੁਣ ਵੀ ਸੱਚ ਸਰੂਪ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਸੱਚ ਸਰੂਪ ਹੋਵੇਗਾ। ਅੱਗੇ ਪੌੜੀਆਂ ਸ਼ੁਰੂ ਹੋ ਰਹੀਆਂ ਜਪ ਸਾਹਿਬ ਦੀਆਂ, ਤੇ ਇਹ ਵੀ ਜਨਮ ਸਾਖੀਆਂ ਜਾਂ ਇਤਿਹਾਸਾਂ ਵਿੱਚ ਵਰਣਨ ਆਉਂਦਾ ਹੈ ਕਿ ਸਤਿਗੁਰੂ ਮਹਾਰਾਜ ਨੇ ਇਹ ਜਪ ਸਾਹਿਬ ਦੀ ਬਹੁਤੀ ਬਾਣੀ ਸਿੱਧਾਂ ਨਾਲ ਵਿਚਾਰ ਵਿਮਰਸ਼ ਕਰਦਿਆਂ, ਜਾਂ ਇੰਝ ਵੀ ਕਹਿ ਲਓ ਕਿ ਹਿੰਦੁਸਤਾਨ ਦੇ ਅੰਦਰ ਜਿਹੜੀਆਂ ਪ੍ਰਚਲਿਤ ਰੀਤਾਂ ਸੀ ਧਰਮ ਦੇ ਕਰਮ ਸਨ, ਉਹ ਵੱਖਰੇ ਵੱਖਰੇ ਧਰਮ ਦੇ ਕਰਮ ਕਰਨ ਵਾਲੇ ਲੋਕਾਂ ਨੂੰ ਮਿਲ ਕੇ ਤੇ ਉਦੋਂ ਸਤਿਗੁਰਾਂ ਨੇ ਉਹਨਾਂ ਨਾਲ ਵਿਚਾਰ ਗੋਸ਼ਟੀਆਂ ਕਰਦਿਆਂ ਆਪਣਾ ਮਤ ਪ੍ਰਗਟ ਕੀਤਾ ਕਿ ਅਸੀਂ ਕੀ ਕਹਿੰਦੇ ਹਾਂ ਤੇ ਕਿਸ ਤਰ੍ਹਾਂ ਪਰਮਾਤਮਾ ਦੇ ਦਰ 'ਤੇ ਅਸੀਂ ਸਚਿਆਰ ਹੋ ਕੇ ਪਹੁੰਚ ਸਕਦੇ ਹਾਂ, ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਚੜ੍ਹ ਸਕਦੇ ਹਾਂ। ਔਰ ਜਿਹੜੇ ਵਿਖਾਵੇ ਦੇ ਕਰਮ ਧਰਮ ਨੇ ਉਹਨਾਂ ਦਾ ਖੰਡਨ ਕਰ ਰਹੇ ਨੇ ਸਤਿਗੁਰੂ। ਔਰ ਇੱਕ ਬਚਨ ਲਿਖਿਆ ਭਾਈ ਸੰਤੋਖ ਸਿੰਘ ਜੀ ਨੇ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ, ਭਾਈ ਲਹਿਣਾ ਜੀ ਨੂੰ ਮੁਖਾਤਬ ਹੋ ਗਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਸਿੱਧਨ ਸੰਗ ਗੋਸ਼ਟ ਹਮ ਕੀਨੀ ਤਵੈ ਉਚਾਰਾ ਜਪ ਪ੍ਰਬੀਨੀ। ਤੇ ਇਹ ਤਰਤੀਬ ਜਿਹੜੀ ਪੌੜੀਆਂ ਦੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਬਣਵਾਈ ਸੀ ਕਰਤਾਰਪੁਰੇ। ਵੱਖਰੀਆਂ ਵੱਖਰੀਆਂ ਪੌੜੀਆਂ ਇਹ ਉਚਾਰਨ ਹੋਈਆਂ ਸੀ। ਇਸ ਤਰ੍ਹਾਂ ਇਤਿਹਾਸ ਵਿੱਚ ਜਾਂ ਜਨਮ ਸਾਖੀ 'ਚ ਲਿਖਿਆ ਹੈ। ਔਰ ਜਿਹੜੇ ਹਿੰਦੁਸਤਾਨ 'ਚ ਪ੍ਰਚਲਿਤ ਤਰੀਕੇ ਸੀ ਧਰਮ ਦੀ ਰਹੁ ਰੀਤ ਸੀ, ਉਹਨਾਂ ਵਿੱਚੋਂ ਇੱਕ ਤਾਂ ਪਹਿਲੀ ਇਹ ਸੀ ਕਿ ਜਿਹੜੇ ਸਨਾਤਨ ਮਤ ਦੇ ਕੁਝ ਸਾਧੂ ਸੰਤ ਜਾਂ ਲੋਕ ਸਨ, ਉਹ ਜਿਹੜੀ ਸਰੀਰਕ ਪਵਿੱਤਰਤਾ ਹੈ, ਸਰੀਰ ਦੀ ਸਫਾਈ ਹੈ, ਜਿਸ ਨੂੰ ਸੁੱਚ ਵੀ ਕਿਹਾ ਜਾਂਦਾ ਹੈ, ਉਹ ਇੱਥੇ ਕਈ ਖੜ੍ਹ ਗਏ ਸੀ ਕਿ ਸੁੱਚੇ ਬਣ ਕੇ ਰਹਿਣਾ। ਜਿਵੇਂ ਲੱਕੜੀਆਂ ਧੋ ਕੇ ਤੇ ਚੌਂਕੇ ਦੇ ਵਿੱਚ ਪੋਚਾ ਮਾਰ ਕੇ ਚਾਰ ਚੁਫੇਰੇ ਕਾਰਾਂ ਲਕੀਰਾਂ ਕੱਢ ਕੇ ਤੇ ਫਿਰ ਭੋਜਨ ਤਿਆਰ ਕਰਕੇ ਛਕਦੇ ਸੀ, ਜਾਂ ਸਰੀਰ ਦੀ ਜਿਹੜੀ ਸ਼ੁੱਧੀ ਹੈ, ਸਰੀਰ ਦੀ ਸਫਾਈ ਹੈ, ਇਸ ਨੂੰ ਹੀ ਉਹ ਪਵਿੱਤਰਤਾ ਮੰਨਦੇ ਸੀ। ਇੱਕ ਇਸ ਸੰਬੰਧ ਵਿੱਚ ਬਚਨ ਦਾਸ ਨੂੰ ਯਾਦ ਆਇਆ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦਾ ਇੱਕ ਵਿਦਿਆਰਥੀ ਸਿੰਘ ਸੀ, ਭਾਈ ਕਰਤਾਰ ਸਿੰਘ ਜੀ ਪ੍ਰੇਮੀ, ਔਰ ਉਹ ਸੁੱਚ ਪਵਿੱਤਰਤਾ ਬਹੁਤ ਰੱਖਦੇ ਸੀ। ਤੇ ਇਹਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਦਿਨ ਕੁਝ ਭਰਮ ਪਿਆ ਮਨ ਅੰਦਰ, ਤੇ ਉਹ ਮਹਾਂਪੁਰਸ਼ਾਂ ਦੇ ਕੋਲ ਆ ਕੇ ਕਹਿਣ ਲੱਗੇ ਵੀ ਮਹਾਂਪੁਰਸ਼ੋ, ਅਸਲ ਵਿੱਚ ਸਿੱਖੀ ਤਾਂ ਨਿਭਦੀ ਹੈ ਵੀ ਜੇ ਆਪਣੇ ਘਰ ਦਾ ਹੀ ਸਭ ਕੁਝ ਹੋਵੇ। ਆਪ ਹੀ ਕਣਕ ਬੀਜ ਕੇ ਫਿਰ ਵੱਢੀ ਜਾਏ, ਉਹਨੂੰ ਧੋ ਕੇ ਸੁਕਾ ਕੇ ਆਪ ਹੀ ਚੱਕੀ 'ਚ ਪੀਸਿਆ ਜਾਏ, ਲੂਣ ਵੀ ਘਰ ਦਾ ਹੋਵੇ, ਸਭ ਕੁਝ ਘਰ ਹੀ ਉਗਾਇਆ ਜਾਏ ਤੇ ਆਪ ਤਿਆਰ ਕਰਕੇ ਛਕਿਆ ਜਾਏ, ਫਿਰ ਸਿੱਖੀ ਨਿਭਦੀ। ਤਾਂ ਮਹਾਂਪੁਰਸ਼ਾਂ ਨੇ ਕਿਹਾ, ਪ੍ਰੇਮੀ ਜੀ, ਸੁੱਚਾ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਹੈ। ਸੁੱਚਾ ਕੇਵਲ ਨਾਮ ਹੈ, ਹੋਰ ਕੁਝ ਵੀ ਸੁੱਚਾ ਨਹੀਂ ਹੈ। ਔਰ ਸਰੀਰ ਜਿਹਦੇ ਵਿੱਚ ਭੋਜਨ ਜਾਂਦਾ, ਇਹ ਤਾਂ ਸੁੱਚਾ ਹੋ ਹੀ ਨਹੀਂ ਸਕਦਾ। ਹਾਂ, ਇਸ ਆੜ ਵਿੱਚ ਕਿ ਅਸੀਂ ਸੁੱਚੇ ਨਹੀਂ ਹੋ ਸਕਦੇ, ਸਰੀਰ ਦੀ ਸੁੱਚ ਕੋਈ ਅਹਿਮੀਅਤ ਨਹੀਂ ਰੱਖਦੀ। ਕਈ ਲੋਕ ਇਹ ਜਿਹੜੀ ਸਫਾਈ ਹੈ ਸਰੀਰ ਦੀ, ਉਹਨੂੰ ਛੱਡ ਦਿੰਦੇ ਨੇ।
ਉਹ ਛੱਡਣੀ ਤਿਆਗਣੀ ਨਹੀਂ ਚਾਹੀਦੀ। ਜਿਵੇਂ ਤੰਬਾਕੂ ਪੀਣ ਵਾਲਿਆਂ ਦਾ ਜੂਠਾ ਹੀ ਖਾਈ ਜਾਣਾ, ਇਸ ਦੇ ਨਾਲ ਗੁਰੂ ਮਹਾਰਾਜ ਦੀ ਨਾਰਾਜ਼ਗੀ ਹੋਵੇਗੀ। ਔਰ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਇਹ ਪਸ਼ੂ ਜਾਨਵਰ ਨਹੀਂ ਹੈ। ਜਿਵੇਂ ਕਈ ਕਹਿੰਦੇ ਨੇ ਵੀ ਸਰੀਰ ਦੇ ਵਿੱਚੋਂ ਹੀ ਗੰਦਗੀ ਨਿਕਲਦੀ ਹੈ, ਪਰ ਸਰੀਰ ਦੇ ਵਿੱਚੋਂ ਜਦੋਂ ਗੰਦਗੀ ਬਾਹਰ ਆ ਜਾਂਦੀ ਹੈ ਉਹਨੂੰ ਅਸੀਂ ਆਪਣੇ ਸਰੀਰ 'ਤੇ ਨਹੀਂ ਮਲ ਸਕਦੇ। ਅਗਰ ਜੇ ਸਰੀਰ ਨੂੰ ਕੁਛ ਗੰਦਗੀ ਲੱਗ ਜਾਏ, ਪਿਸ਼ਾਬ ਮਲ ਮੂਤਰ ਸਰੀਰ ਨੂੰ ਲੱਗ ਜਾਏ ਤੇ ਉਹਨੂੰ ਧੋਣਾ ਪੈਂਦਾ, ਸਾਫ਼ ਕਰਨਾ ਪੈਂਦਾ, ਨਹੀਂ ਤਾਂ ਸਾਡੇ ਕੋਲੋਂ ਬਦਬੂ ਆਏਗੀ, ਕੋਈ ਵੀ ਸਾਨੂੰ ਨੇੜੇ ਨਹੀਂ ਬੈਠਣ ਦੇਵੇਗਾ। ਔਰ ਦੂਸਰਾ ਕਾਰਨ ਸਫਾਈ ਰੱਖਣੀ ਬਿਮਾਰੀਆਂ ਤੋਂ ਬਚਣ ਵਾਸਤੇ ਵੀ ਬੜਾ ਜ਼ਰੂਰੀ ਹੈ। ਸਰੀਰ ਤਨ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ, ਪਰ ਇਸ ਧਾਰਨਾ ਚਲੇ ਜਾਣਾ ਕਿ ਸੁੱਚਾ ਖਾਣਾ ਤੇ ਸੁੱਚਾ ਸਾਫ ਸੁਥਰਾ ਰਹਿਣਾ, ਇਹਦੇ ਨਾਲ ਹੀ ਅਸੀਂ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਚੜ੍ਹ ਜਾਵਾਂਗੇ, ਇਹ ਵਹਿਮ ਹੈ, ਭਰਮ ਹੈ, ਐਸਾ ਨਹੀਂ ਹੈ। ਇਸ਼ਨਾਨ ਕਰਨਾ ਜਿਵੇਂ ਬੜਾ ਜ਼ਰੂਰੀ ਹੈ। ਇੱਕ ਪਾਸੇ ਗੁਰੂ ਮਹਾਰਾਜ ਦਾ ਬਚਨ ਹੈ ਕਿ ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵੈ। ਹੁਣ ਇੱਕ ਪਾਸੇ ਤਾਂ ਇਹ ਬਚਨ, ਦੂਸਰੇ ਪਾਸੇ ਸਤਿਗੁਰਾਂ ਦਾ ਬਚਨ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ। ਮਤਲਬ ਇਹ ਇਸ਼ਨਾਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਵੀ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸੀ, ਸਿੱਖਾਂ ਤੋਂ ਕਰਾਉਂਦੇ ਸੀ, ਉਪਦੇਸ਼ ਦਿੰਦੇ ਸਨ 10 ਜਾਮਿਆਂ 'ਚ। ਇਸ਼ਨਾਨ ਦਾ ਨਿਯਮ ਵੀ ਰੱਖਿਆ ਔਰ ਨਾਲ ਇਹ ਉਪਦੇਸ਼ ਦਿੱਤਾ ਕਿ ਇਸ਼ਨਾਨ ਕਰਕੇ ਵਾਹਿਗੁਰੂ ਜੀ ਦਾ ਭਜਨ ਕਰਨਾ ਬੜਾ ਜ਼ਰੂਰੀ ਹੈ। ਇਕੱਲੇ ਇਸ਼ਨਾਨ ਨਾਲ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਚੜ੍ਹ ਜਾਣਾ ਇਹ ਗੱਲ ਨਹੀਂ ਹੈ, ਇਹ ਉਪਦੇਸ਼ ਨਹੀਂ ਸਤਿਗੁਰਾਂ ਦਾ। ਇਸ ਵਾਸਤੇ ਬਾਹਰੀ ਸਫਾਈ ਬੜੀ ਜ਼ਰੂਰੀ ਹੈ। ਜਿਵੇਂ ਹੁਣ ਕਰੋਨਾ ਵਾਇਰਸ ਵਰਗੀ ਭੈੜੀ ਬਿਮਾਰੀ ਆਈ ਹੈ ਅਤੇ ਇਹਦੇ ਵਾਸਤੇ ਕਿਉਂਕਿ ਇੱਕ ਛੂਤ ਦੀ ਬਿਮਾਰੀ ਇੱਕ ਤੋਂ ਅੱਗੇ ਵੱਧਦੀ ਹੈ ਅਤੇ ਇੱਕ ਦੂਜੇ ਜੀਵ ਤੋਂ ਸਰੀਰ ਤੋਂ ਪਿਛਾਂਹ ਰਹਿਣਾ, ਦੂਰੀ ਬਣਾ ਕੇ ਰੱਖਣੀ, ਸਫਾਈ ਰੱਖਣੀ, ਹਰ ਚੀਜ਼ ਨੂੰ ਧੋ ਕੇ ਫਿਰ ਛਕਣਾ, ਇਹ ਹੁਣ ਲੋਕ ਕਰਨ ਲੱਗੇ ਨੇ। ਇਹ ਵਾਇਰਸ ਇਤਿਆਦਿਕ ਕਈ ਚੀਜ਼ਾਂ ਬਿਮਾਰੀਆਂ ਪਹਿਲਾਂ ਤੋਂ ਹੀ ਹਨ ਸੰਸਾਰ ਦੇ ਅੰਦਰ, ਅਤੇ ਇਹ ਸਫਾਈ ਅਤੇ ਸੋਚ ਰੱਖਣੀ ਜ਼ਰੂਰੀ ਹੈ। ਪਰ ਅਧਿਆਤਮਿਕ ਤਰੱਕੀ ਨਾਲ ਇਹਦਾ ਸੰਬੰਧ ਨਹੀਂ ਹੈ। ਸਾਫ ਸੁਥਰੇ ਰਹਿ ਕੇ ਵਾਹਿਗੁਰੂ ਦਾ ਭਜਨ ਕਰਨਾ ਬੜਾ ਜ਼ਰੂਰੀ ਹੈ। ਹਜ਼ੂਰ ਇੱਥੇ ਜਿਹੜੇ ਬਾਹਰੀ ਕੁਝ ਧਰਮ ਦੇ ਕਰਮ ਸਮਝ ਕੇ ਅਤੇ ਉਹ ਕਰਦੇ ਸਨ ਲੋਕ, ਉਹਨਾਂ ਦਾ ਖੰਡਨ ਕਰ ਰਹੇ ਨੇ ਕਿ ਵਾਹਿਗੁਰੂ ਦੇ ਦਰ 'ਤੇ ਇੰਝ ਅਸੀਂ ਪ੍ਰਵਾਨ ਨਹੀਂ ਚੜ੍ਹ ਸਕਦੇ। ਬਾਹਰੀ ਪਵਿੱਤਰਤਾ ਰੱਖਣ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। ਜਿਵੇਂ ਆਸਾ ਦੀ ਵਾਰ 'ਚ ਬਚਨ ਹੈ ਅਤੇ ਉਹਦੇ ਕਈ ਵਾਰੀ ਲੋਕਾਂ ਨੇ ਅਰਥ ਗਲਤ ਕੀਤੇ। ਬਚਨ ਹੈ ਕਿ ਹਜ਼ੂਰ ਕਹਿੰਦੇ ਨੇ ਕਿ ਜੋ ਸੁੱਚ ਹੋਵੇ ਤਾਂ ਸੱਚ ਪਾਈਐ, ਅਤੇ ਉਹ ਕਈ ਵਾਰੀ ਇਹ ਸਮਝ ਕੇ ਵੀ ਸ਼ਾਇਦ ਇਹਦਾ ਅਰਥ ਗਲਤ ਬਣ ਜਾਏਗਾ ਜੇ ਅਸੀਂ ਇੰਝ ਵਿਸ਼ਰਾਮ ਲਾਇਆ ਤਾਂ। ਕਹਿ ਦਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਐ, ਪਰ ਵਿਸ਼ਰਾਮ ਸੁੱਚ ਹੋਵੇ ਤਾਂ ਸੱਚ ਪਾਈਐ, ਇਹ ਸਹੀ ਹੈ। ਕਿਉਂਕਿ ਉੱਥੇ ਸੁੱਚ ਸਰੀਰ ਦੀ ਸੁੱਚ ਨਹੀਂ ਕਿਹਾ ਗਿਆ, ਮਨ ਦੀ ਸੁੱਚ। ਹਜ਼ੂਰ ਕਹਿੰਦੇ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ। ਮਨ ਸੁੱਚਾ ਨਹੀਂ ਬਣਾਇਆ ਅਤੇ ਬਾਹਰਲੀ ਪਵਿੱਤਰਤਾ ਰੱਖਣ ਦਾ ਕੀ ਲਾਭ। ਅਤੇ ਜੇ ਕਹੀਏ ਸੁੱਚ ਹੋਵੇ ਤਾਂ ਸੱਚ ਪਾਈਏ, ਵੀ ਸੱਚ ਦੀ ਪ੍ਰਾਪਤੀ ਕਰ ਲਈਏ ਤਾਂ ਸੁੱਚ ਹੋ ਸਕਦੀ ਹੈ। ਸੱਚ ਸਰੂਪ ਤਾਂ ਹੈ ਵਾਹਿਗੁਰੂ। ਜਦੋਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਹੀ ਗਈ ਅਤੇ ਤਾਂ ਸੁੱਚ ਰਹਿੰਦੀ ਹੈ? ਨਹੀਂ, ਵਾਹਿਗੁਰੂ ਜੀ ਦੀ ਪ੍ਰਾਪਤੀ ਤਾਂ ਹੋਵੇਗੀ ਜੇ ਪਹਿਲਾਂ ਮਨ ਸੁੱਚਾ ਹੋਵੇਗਾ। ਤਾਂ ਪ੍ਰਾਪਤੀ ਹੋਣ ਤੋਂ ਬਾਅਦ ਫਿਰ ਮਨ ਸੁੱਚਾ ਨਹੀਂ ਕਰੀਦਾ, ਮਨ ਸੁੱਚਾ ਪਹਿਲਾਂ ਹੋਵੇਗਾ, ਭਾਵ ਪਵਿੱਤਰ ਹੋਵੇਗਾ। ਸੁੱਚਾ ਨਾਮ ਪਵਿੱਤਰਤਾ ਦਾ, ਸੁੱਚੀ ਸੁੱਚ ਸੁੱਚਾ, ਸੁੱਚਾ ਪਵਿੱਤਰ ਜਾਨੀ ਮਨ ਸੁੱਚਾ ਹੋ ਜਾਏ ਤਾਂ ਸੱਚ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਦੀ। ਇਸ ਕਰਕੇ ਉੱਥੇ ਮਨ ਦੇ ਸੁੱਚੇ ਹੋਣ ਦਾ ਵਾਚਕ ਉਹ ਬਚਨ ਹੈ। ਇੱਥੇ ਹਜ਼ੂਰ ਕਹਿ ਰਹੇ ਨੇ ਬਾਹਰੀ ਪਵਿੱਤਰਤਾ ਜਿਹੜੀ ਸਰੀਰ ਦੀ ਹੈ ਉਹਦੇ ਬਾਰੇ ਹਜ਼ੂਰ ਕਹਿੰਦੇ ਸੋਚੈ ਸੋਚ ਨਾ ਹੋਵੇ। ਸੋਚਿਆ ਜੇ ਕੋਈ ਪਵਿੱਤਰ ਹੋਣ ਦਾ ਯਤਨ ਕਰਦਾ ਹੈ ਤਾਂ ਸੋਚ ਪਵਿੱਤਰਤਾ ਨਹੀਂ ਹੋ ਸਕਦੀ। ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰੀ ਵੀ ਆਪਣੇ ਸਰੀਰ ਨੂੰ ਸੁੱਚੇ ਕਰਨ ਦਾ ਯਤਨ ਕਰੀਏ ਤਾਂ ਵੀ ਪਵਿੱਤਰਤਾ ਸਾਡੇ ਅੰਦਰ ਨਹੀਂ ਪੈਦਾ ਹੋ ਸਕਦੀ। ਜਿਵੇਂ ਇੱਕ ਪੰਡਤ ਸੀ ਅਤੇ ਉਹ
ਬਾਹਰ ਕਿਰਿਆ ਵਾਸਤੇ ਗਿਆ, ਖੂਹ ਤੋਂ ਉਹਨੇ ਇਸ਼ਨਾਨ ਕਰਨਾ ਸੀ ਤੇ ਇੱਕ ਜ਼ਿਮੀਂਦਾਰ ਕਿਸਾਨ ਜੋ ਬਾਹਰ ਕਿਰਿਆ ਕਰਕੇ ਆਇਆ ਸੀ ਤੇ ਉਹਨੇ ਆ ਕੇ ਮਿੱਟੀ ਨਾਲ ਤੇ ਪਾਣੀ ਨਾਲ ਹੱਥ ਸਾਫ਼ ਕਰ ਲਏ ਤੇ ਫਿਰ ਆਪਣਾ ਖੂਹ ਚਲਾਉਣ ਲੱਗ ਪਿਆ। ਉਹ ਭਰਮ 'ਚ ਪਿਆ ਹੋਇਆ ਜਿਹੜਾ ਪੰਡਤ ਸੀ ਉਹ ਕਹਿਣ ਲੱਗਾ ਵੀ ਜਟਾ ਤੂੰ ਤਾਂ ਸਾਰਾ ਖੂਹ ਦਾ ਪਾਣੀ ਪਲੀਤ ਕਰ ਦਿੱਤਾ, ਮੈਂ ਇਸ਼ਨਾਨ ਕਰਨਾ ਸੀ। ਕਹਿਣ ਲੱਗਾ ਪੰਡਤ ਜੀ ਦੱਸੋ ਫਿਰ ਕਿਵੇਂ ਸੁੱਚਾ ਹੋਵਾਂ ਮੈਂ? ਤਾਂ ਜਿਵੇਂ ਕੁਛ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਜੇ ਕਿਰਿਆ ਕਰਨ ਜਾਣ ਪੰਡਤ ਜੀ ਤੇ ਫਿਰ ਸੂਰ ਦੇ ਹੁੱਡਾਂ ਨਾਲ ਪੁੱਟੀ ਹੋਈ 1.25 ਮਣ ਮਿੱਟੀ ਨਾਲ ਸਰੀਰ ਨੂੰ ਮਾਂਜ ਕੇ ਇਸ਼ਨਾਨ ਕਰਾਇਆ ਜਾਏ ਤੇ ਤਾਂ ਪਵਿੱਤਰਤਾ ਹੁੰਦੀ ਹੈ। ਤਾਂ ਇਸ ਤਰ੍ਹਾਂ ਉਸਨੂੰ ਕਿਹਾ ਤਾਂ ਜੱਟ ਨੇ 1.25 ਮਣ ਮਿੱਟੀ ਲੈ ਆਂਦੀ, ਉਹਦੇ ਨਾਲ ਮਲ ਕੇ ਇਸ਼ਨਾਨ ਵੀ ਕਰ ਲਿਆ। ਕਹਿਣ ਲੱਗਾ ਪੰਡਤ ਜੀ ਮੈਂ ਸੁੱਚਾ ਹੋ ਗਿਆ? ਕਹਿਣ ਲੱਗਾ ਹਾਂ। ਫਿਰ ਉਹਨੇ ਪੰਡਤ ਦੇ ਉੱਪਰ ਥੁੱਕ ਦਿੱਤਾ। ਪੰਡਤ ਫਿਰ ਮੰਦੇ ਬਚਨ ਬੋਲਣ ਲੱਗਾ, ਗਾਲਾਂ ਕੱਢਣ ਲੱਗਾ। ਕਹਿਣ ਲੱਗਾ ਪੰਡਤ ਜੀ ਤੁਸੀਂ ਕਿਹਾ ਸੀ ਕਿ ਇਸ ਤਰ੍ਹਾਂ ਸੁੱਚੇ ਹੋ ਜਾਈਦਾ, ਪਰ ਹੁਣ ਤੁਸੀਂ ਕਹਿ ਰਹੇ ਹੋ ਵੀ ਫਿਰ ਵੀ ਮੈਂ ਸੁੱਚਾ ਨਹੀਂ ਹੋਇਆ, ਪਹਿਲਾਂ ਤੁਸੀਂ ਕਹਿ ਰਹੇ ਸੀ ਸੁੱਚਾ ਹੋ ਗਿਆ। ਇਤਿਆਦਿਕ ਇੱਕ ਅਰਥ ਤਾਂ ਇਹ ਹੈ। ਦੂਸਰਾ ਸੋਚਣ ਦਾ ਅਰਥ ਵੀ ਵਿਦਵਾਨਾਂ ਨੇ ਕੀਤਾ, ਸੰਪਰਦਾਇ ਵਿਦਵਾਨਾਂ ਨੇ, ਕਿ ਜੇ ਕੋਈ ਸੋਚਣ ਦਾ ਯਤਨ ਕਰੇ ਕਿ ਵਾਹਿਗੁਰੂ ਨੂੰ ਮੈਂ ਆਪਣੇ ਸੋਚ ਮੰਡਲ ਵਿੱਚ ਲੈ ਆਵਾਂ, ਤਾਂ ਸੋਚਣ ਦੇ ਨਾਲ ਸੋਚ ਨਾ ਹੋਵੇ, ਸੋਚ ਦੇ ਵਿੱਚ ਉਹ ਨਹੀਂ ਹੋ ਸਕਦਾ, ਭਾਵ ਗਿਆਨ ਨਹੀਂ ਪ੍ਰਗਟ ਹੋ ਸਕਦਾ। ਜੇ ਲੱਖਾਂ ਵਾਰੀ ਵੀ ਉਸ ਪ੍ਰਮਾਤਮਾ ਬਾਰੇ ਸੋਚੀ ਜਾਈਏ ਤੇ ਸੋਚਣ ਦੇ ਨਾਲ ਉਸ ਦੇ ਸਰੂਪ ਦਾ ਗਿਆਨ ਨਹੀਂ ਹੋ ਸਕਦਾ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਹਾ ਲਿਵਤਾਰ। ਜਿਹੜਾ ਜ਼ਬਾਨ ਦਾ ਚੁੱਪ ਕਰਨਾ, ਇਹਦੇ ਨਾਲ ਮਨ ਦੀ ਚੁੱਪ ਨਹੀਂ ਹੋ ਸਕਦੀ। ਜੇ ਲਿਵਤਾਰ ਤੇਲ ਦੀ ਧਾਰਾਵਤ ਬਿਰਤੀ ਨੂੰ ਇੱਕ ਥਾਂ ਕਿਸੇ ਕੇਂਦਰ ਬਿੰਦੂ ਤੇ ਟਿਕਾ ਛੱਡੀਏ, ਕਿਸੇ ਖਿਆਲ ਵਿੱਚ ਟਿਕਾ ਛੱਡੀਏ ਤੇ ਮੂੰਹ ਤੋਂ ਬੋਲੀਏ ਨਾ, ਤਾਂ ਵੀ ਇਹ ਜਿਹੜਾ ਮਨ ਹੈ ਇਹ ਚੁੱਪ ਨਹੀਂ ਕਰਦਾ। ਕਿਉਂਕਿ ਹਿੰਦੁਸਤਾਨ ਦੇ ਅੰਦਰ ਕੁਝ ਐਸੇ ਲੋਕ ਵੀ ਸੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਮੌਨੀ ਆ। ਮੌਨ ਨਾਮ ਚੁੱਪ ਦਾ, ਤੇ ਮੌਨੀ ਮਤਲਬ ਚੁੱਪ ਰਹਿਣ ਵਾਲਾ। ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਬਿਰਾਜਮਾਨ ਸੀ ਤੇ ਇੱਕ ਉੱਥੇ ਮੌਨੀ ਜੀ ਆ ਗਏ। ਤਾਂ ਹਜ਼ੂਰ ਨੇ ਕਿਹਾ ਭਈ ਇਹ ਮੌਨੀ ਜੀ ਬੜੇ ਕਮਾਈ ਵਾਲੇ ਨੇ, ਤੇ ਇੱਕ ਸਿੱਖ ਨੂੰ ਕਿਹਾ ਕਿ ਘਰ ਲੈ ਜਾ, ਮੌਨੀ ਜੀ ਦੀ ਸੇਵਾ ਕਰਨੀ ਰੱਜ ਕੇ ਵੱਧ ਤੋਂ ਵੱਧ। ਤੇ ਗੁਪਤ ਢੰਗ ਨਾਲ ਉਸ ਸਿੱਖ ਨੂੰ ਇਸ਼ਾਰਾ ਕਰ ਦਿੱਤਾ ਵੀ ਸਾਧ ਮੁਰਾਦਾ ਜਾਂ ਭੋਜਨ ਛਕਾਈ, ਫਿਰ ਤੁਹਾਨੂੰ ਦੱਸਾਂਗੇ ਇਸ ਮੌਨੀ ਜੀ ਦਾ ਮੌਨ ਕਿੰਨਾ ਗਾ। ਜਦੋਂ ਉਹਨੂੰ ਸਾਦਾ ਮੁਰਾਦਾ ਭੋਜਨ ਪਾਣੀ ਛਕਾਇਆ ਤੇ ਵਾਪਸ ਲੈ ਕੇ ਆਏ ਤਾਂ ਗੁਰੂ ਮਹਾਰਾਜ ਨੇ ਪੁੱਛਿਆ ਵੀ ਮੌਨੀ ਜੀ ਦੀ ਸੇਵਾ ਸਿੱਖਾ ਕੀਤੀ, ਪਕਵਾਨ ਬਣਾ ਕੇ ਛਕਾਏ? ਕਹਿਣ ਲੱਗਾ ਹਾਂ ਜੀ ਹਾਂ ਮਹਾਰਾਜ, ਬਹੁਤ ਸੇਵਾ ਕੀਤੀ ਹੈ। ਤਾਂ ਉਸੇ ਵੇਲੇ ਉਹ ਮੌਨੀ ਅੱਗ ਬਗੋਲਾ ਹੋ ਗਿਆ, ਬੋਲ ਪਿਆ। ਕਹਿਣ ਲੱਗਾ ਇਹੋ ਜਿਹੇ ਸਿੱਖ ਤੁਹਾਡੇ ਨੇ, ਇੰਨਾ ਝੂਠ ਬੋਲਦੇ ਨੇ। ਤੁਸੀਂ ਮੈਨੂੰ ਇਹਦੇ ਘਰ ਭੇਜਿਆ ਤੇ ਇਹਨੇ ਮਿੱਸੀਆਂ ਰੋਟੀਆਂ ਮੈਨੂੰ ਖਵਾਈਆਂ। ਤਾਂ ਹਜ਼ੂਰ ਕਹਿਣ ਲੱਗੇ ਫਿਰ ਮੌਨੀ ਤਾਂ ਨਾ ਹੋਏ, ਤੁਸੀਂ ਤੇ ਏਡੀ ਕੀ ਛੇਤੀ ਭੋਜਨ ਹੀ ਚੱਜ ਦਾ ਨਹੀਂ ਮਿਲਿਆ, ਆਪਣੀ ਇੱਛਾ ਅਨੁਸਾਰ, ਮਨ ਦੀ ਇੱਛਾ ਅਨੁਸਾਰ ਭੋਜਨ ਨਹੀਂ ਮਿਲਿਆ ਤੇ ਬੜੇ ਗੁੱਸੇ 'ਚ ਆ ਕੇ ਬੋਲਣ ਲੱਗ ਪਏ। ਮਨ ਚੁੱਪ ਨਹੀਂ ਹੈ। ਸੋ ਇਸ ਪ੍ਰਕਾਰ ਹਜ਼ੂਰ ਨੇ ਇਹ ਉਪਦੇਸ਼ ਨਹੀਂ ਦਿੱਤਾ ਕਿ ਚੁੱਪ ਰਹੋ, ਨਹੀਂ। ਜ਼ਬਾਨ ਦੀ ਚੁੱਪ ਦੇ ਨਾਲ ਮਨ ਚੁੱਪ ਨਹੀਂ ਕਰਦਾ। ਇਸ ਵਾਸਤੇ ਹਜ਼ੂਰ ਕਹਿ ਰਹੇ ਨੇ ਵੀ ਭਾਵੇਂ ਤੇਲ ਦੀ ਧਾਰਾਵਤ, ਜਿਵੇਂ ਜਿਹੜੇ ਤਰਾਟਕ ਸਾਧਨ ਵਾਲੇ ਲੋਕ ਹੈ ਉਹ ਦੀਵਾ ਜਗਾ ਕੇ ਦੀਵੇ ਦੀ ਲਾਈਟ ਵੱਲ ਪੂਰਾ ਧਿਆਨ ਟਿਕਾ ਕੇ ਇਸ ਤਰ੍ਹਾਂ ਯਤਨ ਕਰਦੇ ਆ, ਜਾਂ ਕੰਧ ਤੇ ਕੇਂਦਰ ਬਿੰਦੂ ਜਿਹਾ ਵਾਹ ਕੇ ਉਧਰ ਖਿਆਲ ਕਰਕੇ ਧਿਆਨ ਟਿਕਾਉਂਦੇ ਨੇ, ਜਾਂ ਯੋਗੀ ਕੋ ਫੁਰਨਾ ਖਿਆਲ ਮਨ 'ਚ ਬਣਾ ਕੇ ਤੇ ਦਸਮ ਦੁਆਰ 'ਚ ਪ੍ਰਾਣ ਚੜਾਉਂਦੇ ਨੇ, ਇਤਿਆਦਿਕ। ਔਰ ਹਜ਼ੂਰ ਕਹਿੰਦੇ ਨੇ ਕਿ ਜ਼ਬਾਨ ਦੀ ਚੁੱਪ ਨਾਲ ਮਨ ਦੀ ਚੁੱਪ ਨਹੀਂ ਹੋ ਸਕਦੀ। ਜੇ ਤੇਲ ਦੀ ਧਾਰਾਵਤ ਲਿਵ ਲਾ ਕੇ ਰੱਖੀਏ, ਲਿਵ ਦੀ ਤਾਰ ਚੰਗੀ ਤਰ੍ਹਾਂ ਲੱਗੀ ਰਵੇ ਤਾਂ ਵੀ ਚੁੱਪ ਨਹੀਂ ਹੁੰਦੀ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਭੁੱਖਿਆ ਤੇ ਭੁੱਖ, ਇੱਥੇ ਕੋਈ ਪ੍ਰਸ਼ਨ ਖੜਾ ਕਰ ਸਕਦਾ ਕਿ ਅਦਕ ਤਾਂ ਲੱਗੀ ਨਹੀਂ ਹੋਈ। ਹਾਂਜੀ, ਇਸ ਸੰਬੰਧ ਵਿੱਚ ਕਿਸੇ ਵੀ ਭਾਸ਼ਾ ਦੇ ਅੰਦਰ ਅਦਕ ਨਹੀਂ ਹੈ। ਹਾਂ, ਕਿਸੇ ਬਚਨ ਨੂੰ, ਸ਼ਬਦ ਨੂੰ ਭਾਰਾ ਕਰਕੇ ਬੋਲਣ ਵਾਸਤੇ ਤਰੀਕੇ ਹਨ, ਪਰ ਕਿਉਂਕਿ ਸਤਿਗੁਰਾਂ ਨੇ ਆਮ ਬੋਲ ਚਾਲ ਦੀ ਬੋਲੀ ਵਿੱਚ ਬਾਣੀ ਉਚਾਰਨ ਕੀਤੀ ਆ
ਤੇ ਜੇ ਭੁੱਖ ਸ਼ਬਦ ਲਿਖਿਆ ਗਿਆ ਭੱਬੇ ਨੂੰ ਔਂਕੜ ਖੱਖਾ ਤੇ ਅਧਿਕ ਨਹੀਂ ਵੀ ਲੱਗੀ ਤੇ ਸਮਝਣ ਵਾਲਾ ਸਮਝਦਾ ਕਿ ਭੁੱਖ ਹੈ। ਜਿਵੇਂ ਸਪਸ਼ਟ, ਜਿਹੜਾ ਜਾਣਕਾਰ ਨਹੀਂ ਉਹ ਤੇ ਸੱਪ ਛਟ ਵੀ ਕਹਿ ਸਕਦਾ, ਜਾਂ ਦਰਖਤ ਦੱਦਾ ਰਾਰਾ ਖੱਖਾ ਤੱਤਾ ਦਰਖਤ, ਭਾਵੇਂ ਅਧਿਕ ਲੱਗੀ ਤੇ ਭਾਵੇਂ ਨਹੀਂ, ਜਾਣਕਾਰ ਨੂੰ ਪਤਾ ਕਿ ਦਰਖਤ ਹੈ। ਜੋ ਬਿਲਕੁਲ ਬਸਮਝ ਹੈ ਉਹਨੂੰ ਤੇ ਦਰਖਤ ਵੀ ਉਹ ਬੋਲ ਦੇਵੇਗਾ। ਇਸ ਕਰਕੇ ਅਧਿਕ ਦੀ ਵਰਤੋਂ ਗੁਰਬਾਣੀ ਵਿੱਚ ਨਹੀਂ ਹੈ। ਪਰ ਬੋਲਣ ਵੇਲੇ ਜਿਵੇਂ ਸ਼ਬਦ ਆਮ ਬੋਲੇ ਜਾਂਦੇ ਨੇ, ਭੁੱਖ ਬੋਲਿਆ ਜਾਂਦਾ ਤੇ ਭੁੱਖ ਹੀ ਬੋਲਿਆ ਜਾਏਗਾ। ਭੁੱਖ ਜਾਂ ਨਾਨਕ ਫਿੱਕਾ ਬੋਲਿਆ ਨਹੀਂ ਬੋਲਿਆ ਜਾਏਗਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਗੁਰਬਾਣੀ ਵਿੱਚ ਬਿੰਦੀਆਂ ਤੇ ਟਿੱਪੀਆਂ ਜ਼ਰੂਰ ਹਜ਼ੂਰ ਨੇ ਜਿੱਥੇ ਲੋੜ ਹੈ ਉੱਥੇ ਲਾਈਆਂ ਹਨ, ਤੇ ਪਰ ਅਧਿਕ ਦੀ ਵਰਤੋਂ ਨਹੀਂ ਕੀਤੀ। ਇਹ ਸਤਿਗੁਰੂ ਦੀ ਆਪਣੀ ਸੁਤੰਤਰਤਾ ਹੈ। ਭੁੱਖਿਆ ਭੁੱਖ ਨਾ ਉਤਰੀ। ਇੱਕ ਤਾਂ ਇਹ ਹੈ ਕਿ ਜਿਹੜੇ ਭੁੱਖੇ ਰਹਿਣ ਵਾਲੇ ਲੋਕ ਨੇ, ਵਰਤ ਆਦਿਕ ਵਰਤ ਕਰੈ ਚੰਦਰਾਇਣ ਸਿੱਕਿਤਾ ਨ ਲੇਖਣ, ਵਰਤ ਰੱਖਣੇ, ਭੁੱਖੇ ਰਹਿਣਾ, ਮਨ ਦੀ ਭੁੱਖ ਨਹੀਂ ਉਤਰਦੀ ਇੰਜ ਕਰਨ ਨਾਲ। ਜੇ ਭੁੱਖੇ ਵੀ ਰਹੀਏ, ਵਰਤ ਆਦਿਕ ਰੱਖ ਲਈਏ ਕਿ ਮੈਂ ਅੱਜ ਭੋਜਨ ਨਹੀਂ ਛਕਣਾ, ਤਾਂ ਮਨ ਜਿਹੜਾ ਉਹਨੂੰ ਭੁੱਖ ਲੱਗੀ ਰਹਿੰਦੀ, ਜਾਂ ਸਰੀਰਕ ਤੌਰ 'ਤੇ ਵੀ ਜਿਹੜੀ ਭੁੱਖ ਹੈ ਉਹਨੂੰ ਜਰਨਾ ਔਖਾ ਹੁੰਦਾ। ਖਿਆਲ ਤਾਂ ਉੱਧਰ ਖਾਣ ਪੀਣ ਵਾਲੀ ਬਣਿਆ ਰਹਿੰਦਾ, ਕਦੋਂ ਸੂਰਜ ਡੁੱਬੇ ਤੇ ਮੇਰਾ ਵਰਤ ਦਾ ਟਾਈਮ ਪੂਰਾ ਹੋਏ ਤੇ ਫਿਰ ਮੈਂ ਭੋਜਨ ਛਕਾਂ। ਇੱਕ ਇਹ ਇੱਧਰ ਵੀ ਇਸ਼ਾਰਾ। ਤੇ ਦੂਸਰਾ ਜਿਹੜਾ ਖਿਆਲ ਲੋਕ ਕਰਦੇ ਨੇ ਕਿ ਪਦਾਰਥ ਬਹੁਤੇ ਆ ਜਾਣ ਤੇ ਫਿਰ ਮੇਰੀ ਤ੍ਰਿਸ਼ਨਾ ਬੁੱਝ ਜਾਏਗੀ। ਇੱਥੇ ਤ੍ਰਿਸ਼ਨਾ ਦਾ ਵਾਚਕ ਵੀ ਹੈ ਭੁੱਖ ਸ਼ਬਦ। ਜਿਹੜੇ ਤ੍ਰਿਸ਼ਨਾਲੂ ਲੋਕ ਨੇ ਉਹਨਾਂ ਦੀ ਭੁੱਖ ਤ੍ਰਿਸ਼ਨਾ ਕਦੇ ਉਤਰਦੀ ਨਹੀਂ। ਜੇ ਬੰਨਾ ਪੁਰੀਆ ਭਾਰ, ਪੁਰੀਆਂ ਜਿਹੜੀਆਂ ਅਸਮਾਨ ਦੇ ਵਿੱਚ ਧਰਤੀਆਂ ਅਨੇਕਾਂ ਤਰ੍ਹਾਂ ਦੀਆਂ ਨੇ, ਹਜ਼ੂਰ ਕਹਿੰਦੇ ਇੱਕ ਮਾਤ ਲੋਕ ਦੀ ਧਰਤੀ ਤਾਂ ਕੀ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਪ੍ਰਬਲ ਹੋ ਰਹੀ ਹੈ। ਜਿੰਨੇ ਮਰਜ਼ੀ ਪਦਾਰਥ ਪੁਰੀਆਂ ਦੇ ਭਾਰ ਪੰਡਾਂ ਬੰਨ੍ਹ ਕੇ ਰੱਖ ਦਈਏ ਤਾਂ ਫਿਰ ਵੀ ਉਹਨਾਂ ਦੀ ਭੁੱਖ ਤ੍ਰਿਸ਼ਨਾ ਯਾਨੀ ਕਿ ਉਤਰਦੀ ਨਹੀਂ ਹੈ। ਜਿਵੇਂ ਇੱਕ ਪੁਰਾਤਨ ਸਮੇਂ ਦੀ ਗ੍ਰੰਥਾਂ 'ਚ ਲਿਖੀ ਹੋਈ ਸਾਖੀ ਹੈ ਭਈ ਸਨਾਤਨ ਮਤ ਦੇ ਲੋਕਾਂ ਅੰਦਰ ਇਹ ਖਿਆਲ ਹੈ ਕਿ ਸ਼ਿਵ ਜੀ ਦੀ ਆਰਾਧਨਾ ਕਰਨ ਨਾਲ ਸ਼ਿਵ ਜੀ ਛੇਤੀ ਪ੍ਰਸੰਨ ਹੋ ਜਾਂਦੇ, ਦਰਸ਼ਨ ਦਿੰਦੇ, ਜੋ ਮੰਗੀਏ ਉਹ ਵਰ ਦੇ ਦਿੰਦੇ ਨੇ। ਕਿਸੇ ਪੰਡਤ ਨੇ ਇਸ ਤਰ੍ਹਾਂ ਸ਼ਿਵ ਦੇ ਨਾਂ ਦੀ ਉਪਾਸਨਾ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਬਚਨ ਨੇ ਸੰਪੈ ਕੋ ਈਸ਼ਰ ਧਿਆਈਐ। ਲੋਕ ਸੰਪਤੀ ਜਾਇਦਾਦ ਵਾਸਤੇ ਸ਼ਿਵ ਦਾ ਆਰਾਧਨ ਵੀ ਕਰਦੇ ਨੇ। ਇਸ ਤਰ੍ਹਾਂ ਉਹ ਕੀਤਾ ਤੇ ਸ਼ਿਵ ਕਹਿੰਦੇ ਪ੍ਰਗਟ ਹੋਏ, ਕਹਿਣ ਲੱਗੇ 10 ਪਈ ਕੀ ਚਾਹੀਦਾ, ਵਰੰਭੂ ਵਰ ਮੰਗ। ਤਾਂ ਉਸਨੇ ਕਿਹਾ ਜੀ ਮੈਨੂੰ ਮਾਇਆ ਖੁੱਲੀ ਬਖਸ਼ੋ। ਤਾਂ ਸ਼ਿਵ ਨੇ ਕਹਿੰਦੇ 4 ਬੱਤੀਆਂ ਫੜਾਈਆਂ ਤੇ ਲੈ ਆ ਇੱਕ ਬੱਤੀ ਜਗਾ ਕੇ ਉੱਤਰ ਦਿਸ਼ਾ ਨੂੰ ਜਾਈ। ਜਿੱਥੇ ਬੱਤੀ ਜਾ ਕੇ ਬੁੱਝ ਜਾਏ ਉਥੋਂ ਧਰਤੀ ਪੱਟੀ, ਦਰਵਾਜ਼ਾ ਆਵੇਗਾ, ਦਰਵਾਜ਼ਾ ਖੋਲ੍ਹੀ, ਅੰਦਰ ਲੰਘ ਜਾਈ। ਉਸ ਗੁਫਾ ਦੇ ਵਿੱਚੋਂ ਤੈਨੂੰ ਕੁਛ ਮਿਲੇਗਾ। ਪਰ ਜੇ ਤੇਰੇ ਮਨ ਦੀ ਭੁੱਖ ਨਾ ਉਤਰੀ, ਤ੍ਰਿਸ਼ਨਾ ਨਾ ਬੁਝੀ, ਤੇ ਫਿਰ ਦੂਜੀ ਬੱਤੀ ਜਗਾ ਕੇ ਦੱਖਣ ਦੀ ਤਰਫ ਜਾਈ। ਜਿੱਥੇ ਬੱਤੀ ਬੁਝੇ ਉਥੋਂ ਧਰਤੀ ਪੱਟੀ, ਉਸ ਗੁਫਾ ਵਿੱਚੋਂ ਵੀ ਕੁਛ ਮਿਲੇਗਾ, ਹੋਰ ਵੱਧ ਮਿਲ ਜਾਏਗਾ। ਫਿਰ ਵੀ ਤ੍ਰਿਸ਼ਨਾ ਨਾ ਬੁਝੀ ਤਾਂ ਫਿਰ ਤੂੰ ਪਹਾੜ ਦੀ ਤਰਫ ਨੂੰ ਜਾਈ, ਜਾਂ ਜਿਵੇਂ ਉੱਤਰ ਦੱਖਣ ਪੂਰਬ ਪੱਛਮ ਹੈ, ਤੇ ਤੀਜੀ ਦਫਾ ਦਿਸ਼ਾ ਨੂੰ ਜਾਈ। ਉੱਥੇ ਜਾ ਕੇ ਬੱਤੀ ਬੁਝੇਗੀ ਤਾਂ ਫਿਰ ਉੱਥੇ ਤੂੰ ਜੋ ਧਰਤੀ 'ਚ ਮਿਲੇਗਾ ਉਹ ਲੈ ਆਵੀਂ। ਪਰ ਚੇਤੇ ਰੱਖੀ ਚੌਥੀ ਬੱਤੀ ਜਗਾ ਕੇ ਚੌਥੀ ਦਿਸ਼ਾ ਨੂੰ ਨਾ ਜਾਈ। ਜੇ ਗਿਓ ਤਾਂ ਫਸ ਜਾਏਗਾ। ਔਰ ਇਹ ਬੱਤੀਆਂ ਦੇ ਕੇ ਸ਼ਿਵ ਅਲੋਪ ਹੋ ਗਏ। ਤਾਂ ਉਸ ਬੰਦੇ ਨੇ ਪਹਿਲੀ ਬੱਤੀ ਜਗਾ ਕੇ ਜਦੋਂ ਉਹ ਗਿਆ ਤਾਂ ਮਾਇਆ ਮਿਲੀ, ਦੂਸਰੀ ਤਰਫ ਗਿਆ ਤੇ ਸੋਨਾ ਮਿਲਿਆ, ਤੀਸਰੀ ਤਰਫ ਗਿਆ ਤਾਂ ਹੀਰੇ ਲਾਲ ਜਵਾਹਰਾਤ ਮਿਲੇ, ਉੱਥੇ ਰੱਖ ਦਿੱਤੇ। ਕਹਿਣ ਲੱਗਾ ਸ਼ਿਵ ਬੜਾ ਤੇਜ਼ ਆ, ਬੜਾ ਚਲਾਕ ਆ। ਜੋ ਚੌਥੀ ਬੱਤੀ ਆ ਉਹ ਵੀ ਜਗਾ ਕੇ ਮੈਂ ਲੈ ਕੇ ਜਾਣਾ, ਜ਼ਰੂਰ ਇਹਦੋਂ ਵੱਧ ਚੀਜ਼ ਕੁਛ ਮਿਲੇਗੀ, ਤੇ ਮੈਂ ਬੜਾ ਚਲਾਕ ਆ, ਮੈਂ ਫਸ ਨਹੀਂ ਜਾਵਾਂਗਾ। ਔਰ ਤ੍ਰਿਸ਼ਨਾ ਇੰਨੀ ਪ੍ਰਬਲ ਸੀ ਕਿ ਚੌਥੀ ਦਿਸ਼ਾ 'ਚ ਗਿਆ, ਬੱਤੀ ਬੁਝ ਗਈ, ਦਰਵਾਜ਼ਾ ਖੋਲ੍ਹਿਆ, ਅੰਦਰ ਵੜਿਆ ਗੁਫਾ 'ਚ। ਤਾਂ ਇੱਕ ਛੱਤ ਦੇ ਥੱਲੇ ਜਿਹੜੇ ਸ਼ਤੀਰ ਹੁੰਦੇ ਨੇ, ਉਹ ਸ਼ਤੀਰ ਦੇ ਥੱਲੇ ਇੱਕ ਬੰਦੇ ਦਾ ਸਿਰ ਸੀ, ਯਾਨੀ ਬੰਦਾ, ਤੇ ਬੰਦੇ ਦੇ ਸਿਰ ਉੱਤੇ ਸ਼ਤੀਰ, ਤੇ ਸ਼ਤੀਰ ਉੱਪਰ ਸਾਰੀ ਛੱਤ ਦਾ ਭਾਰ ਸੀ। ਤੇ ਇਹ ਉਸਨੂੰ ਪੁੱਛਦਾ ਵੀ ਇੱਥੇ ਕੁਛ ਹੈ। ਹੁਣ ਉਹ ਭਾਰ ਸੀ ਸਿਰ ਦੇ ਉੱਪਰ, ਉਹਨੇ ਇਸ਼ਾਰਾ ਕੀਤਾ ਵੀ ਮੇਰੇ ਸਿਰ ਤੇ
ਸਾਰਾ ਛੱਤ ਹੈ, ਭਾਰ ਹੈ ਬਹੁਤ ਜ਼ਿਆਦਾ, ਤੇ ਮੇਰੇ ਥਾਂ ਤੂੰ ਆਪਣਾ ਸਿਰ ਦੇ ਸ਼ਤੀਰ ਦੇ ਥੱਲੇ ਤੇ ਫਿਰ ਮੈਂ ਦੱਸ ਸਕਦਾ। ਇਸ਼ਾਰੇ ਨਾਲ ਕਿਹਾ। ਪੰਡਤ ਤ੍ਰਿਸ਼ਨਾਲੂ ਸੀ, ਇਸਨੇ ਆਪਣਾ ਸਿਰ ਸ਼ਤੀਰ ਥੱਲੇ ਦੇ ਦਿੱਤਾ ਤੇ ਉਹ ਬੰਦਾ ਜਿਹੜਾ ਸ਼ਤੀਰ ਦੇ ਥੱਲਿਓਂ ਨਿਕਲਿਆ ਉਹ ਬਾਹਰ ਨੂੰ ਤੁਰ ਪਿਆ। ਇਹ ਫਿਰ ਉੱਚੀ ਉੱਚੀ ਗੂੰਗਿਆਂ ਵਾਂਗ ਆਵਾਜ਼ਾਂ ਦੇ ਪਈ, ਕੀ ਗੱਲ ਦੱਸਦਾ ਨਹੀਂ। ਉਹ ਕਹਿਣ ਲੱਗਾ, ਜੇਕਰ ਲੋਭੀ ਦਾਸ ਨੂੰ ਤੁਸੀਂ ਛਡਾਇਆ ਆਣ, ਇਕਰ ਤੁਹਾਨੂੰ ਮਿਸਰ ਜੂ ਕੋਈ ਔਰ ਛਡਾਵਾ ਆਣ। ਤੇ ਮੈਂ ਵੀ ਤੇਰੇ ਵਾਂਗ ਤ੍ਰਿਸ਼ਨਾ ਦਾ ਮਾਰਿਆ ਇੱਥੇ ਫਸਿਆ ਸੀ ਆ ਕੇ, ਹੁਣ ਤੂੰ ਮੈਨੂੰ ਛਡਾ ਦਿੱਤਾ, ਤੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਕੋ ਆਇਆ ਤੇ ਉਹ ਤੈਨੂੰ ਛਡਾਏਗਾ, ਮੈਂ ਚੱਲਿਆ। ਕਹਿਣ ਤੋਂ ਮੁਰਾਦ ਹੈ ਕਿ ਪਦਾਰਥ ਪ੍ਰਾਪਤ ਹੋਣ ਨਾਲ ਤ੍ਰਿਸ਼ਨਾ ਨਹੀਂ ਬੁਝੇਗੀ, ਜਿਵੇਂ ਜਿਵੇਂ ਪਦਾਰਥ ਜ਼ਿਆਦਾ ਹੋਣਗੇ ਤਿਵੇਂ ਤਿਵੇਂ ਤ੍ਰਿਸ਼ਨਾ ਵੱਧਦੀ ਜਾਏਗੀ। ਜਿਵੇਂ ਜਿਵੇਂ ਮਾਇਆ ਬਹੁਤੀ ਜਾਵੇਗੀ, ਧਨ ਸੰਪਦਾ ਜਾਇਦਾਦ ਵੱਧਦੀ ਜਾਵੇਗੀ, ਤਿਵੇਂ ਤਿਵੇਂ ਤ੍ਰਿਸ਼ਨਾ ਵੀ ਵੱਧਦੀ ਜਾਏਗੀ। ਫਿਰ ਸਤਿਗੁਰੂ ਜੀ ਨੇ ਕੀ ਤਰੀਕਾ ਦੱਸਿਆ। ਹਜ਼ੂਰ ਨੇ ਕਿਹਾ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸੋ ਲਾਗੈ ਪੂਰਨ ਧਿਆਨ। ਵਾਹਿਗੁਰੂ ਜੀ ਦੇ ਨਾਮ ਨਾਲ ਪ੍ਰੀਤ ਬਣ ਜੇ ਜਪਦਿਆਂ ਜਪਦਿਆਂ, ਤੇ ਫਿਰ ਵਾਹਿਗੁਰੂ ਦੇ ਨਾਮ ਵਿੱਚ ਸ਼ਕਤੀ ਹੈ ਕਿ ਸਾਡੇ ਅੰਦਰੋਂ ਤ੍ਰਿਸ਼ਨਾ ਬੁੱਝ ਜਾਂਦੀ ਹੈ। ਮਹਾਨ ਸੰਤੋਖ ਅੰਦਰ ਜਨਮ ਲੈ ਲੈਂਦਾ ਤੇ ਪ੍ਰਭੂ ਦੇ ਨਾਲ ਪੂਰਨ ਤੌਰ ਤੇ ਧਿਆਨ ਜੁੜ ਜਾਂਦਾ, ਜੋ ਸਰਬ ਸ਼ਕਤੀਮਾਨ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਪਾਲਣ ਵਾਲਾ, ਸਾਰਿਆਂ ਦੀ ਸਾਰ ਸੰਭਾਲ ਕਰਨ ਵਾਲਾ। ਜਦੋਂ ਉਹਦੇ ਨਾਲ ਚਿੱਤ ਜੁੜ ਜਾਏ ਤੇ ਫਿਰ ਕੋਈ ਤੋਟ ਨਹੀਂ ਰਹੇਗੀ ਔਰ ਫਿਰ ਤ੍ਰਿਸ਼ਨਾ ਵੀ ਨਹੀਂ ਰਹਿੰਦੀ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਭਾਵੇਂ ਪੁਰੀਆਂ ਦੇ ਸਾਰੇ ਭਾਰ ਪੰਡਾ ਬੰਨ ਬੰਨ ਕੇ ਪਦਾਰਥਾਂ ਦੀ ਰੱਖ ਦਈਏ, ਤਾਂ ਵੀ ਭੁੱਖਿਆਂ ਮਨਾਂ ਦੀ, ਤ੍ਰਿਸ਼ਨਾਲੂ ਮਨਾਂ ਦੀ ਭੁੱਖ ਨਹੀਂ ਉਤਰ ਸਕਦੀ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਹਿਸ ਦਾ ਅਰਥ ਹੈ ਹਜ਼ਾਰਾਂ, ਹਜ਼ਾਰਾਂ ਸਿਆਣਪਾਂ, ਬਲਕਿ ਲੱਖਾਂ ਹੀ ਹੋ ਜਾਣ ਸਿਆਣਪਾਂ। ਮਨੁੱਖ ਦੇ ਅੰਦਰ ਜੇ ਸਿਆਣਪ, ਸੂਝ-ਬੂਝ, ਸਮਝਦਾਰੀ ਹੋ ਜਾਏ, ਜਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਬੜੀਆਂ ਸਿਆਣਪਾਂ ਪ੍ਰਾਪਤ ਕਰ ਲਵੇ, ਜਾਂ ਇੰਜ ਵੀ ਅਰਥ ਕਰਦੇ ਨੇ ਕਿ ਹਜ਼ਾਰਾਂ ਗ੍ਰੰਥਾਂ ਦੀਆਂ ਲੱਖਾਂ ਸਿਆਣਪਾਂ ਇਹਦੇ ਕੋਲ ਹੋ ਜਾਣ ਤਾਂ ਇੱਕ ਨਾ ਚੱਲੇ ਨਾਲ। ਤਾਂ ਵਾਹਿਗੁਰੂ ਦੇ ਦਰ ਤੇ ਇੱਕ ਵੀ ਇਹਦੇ ਨਾਲ ਸਾਥ ਨਹੀਂ ਚੱਲਦੀ ਸਿਆਣਪ। ਸਹਿਸ ਸਿਆਣਪ ਪਵੈ ਨਾ ਤਾਓ, ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਸੋ ਇਸ ਪ੍ਰਕਾਰ ਚਤੁਰਾਈਆਂ ਨਾਲ, ਸਿਆਣਪਾਂ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਪ੍ਰਸ਼ਨ ਉੱਠਦਾ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸੱਚ ਆਲੈ, ਇੱਥੋਂ ਸ਼ਬਦ ਬਣਿਆ ਸਚਿਆਰਾ। ਸੱਚ ਦਾ ਘਰ ਜਾਂ ਸਚਿਆਰ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਸਿਆਣਾ, ਸਮਝਦਾਰ, ਸੱਚ ਵਾਲਾ। ਕਿਸ ਤਰ੍ਹਾਂ ਵਾਹਿਗੁਰੂ ਦੇ ਦਰ ਤੇ ਸਚਿਆਰ ਬਣ ਕੇ ਅਸੀਂ ਪ੍ਰਵਾਨ ਚੜ੍ਹੀਏ, ਕਿਸ ਤਰ੍ਹਾਂ ਸਾਡੇ ਅੰਦਰੋਂ ਕੂੜ ਝੂਠ ਦੀ ਪਾਲ ਮੈਨੇ ਕੰਧ, ਕਿਸ ਤਰ੍ਹਾਂ ਝੂਠ ਦੀ ਕੰਧ ਟੁੱਟ ਸਕਦੀ ਆ, ਤੇ ਕਿਸ ਤਰ੍ਹਾਂ ਸਚਿਆਰੇ, ਸੱਚ ਵਾਲੇ, ਸਿਆਣੇ, ਜਿਹੜਾ ਸਿਆਣਾ ਵਾਹਿਗੁਰੂ ਨੂੰ ਪਸੰਦ ਆਉਂਦਾ, ਉਹੋ ਜਿਹੇ ਬਣ ਸਕੀਏ। ਤਾਂ ਗੁਰੂ ਮਹਾਰਾਜ ਫਿਰ ਇਸ ਪ੍ਰਸ਼ਨ ਦਾ ਅੱਗੇ ਜਵਾਬ ਆਪ ਦੇ ਰਹੇ ਨੇ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਰਜਾਈ ਦਾ ਅਰਥ ਹੈ ਰਜਾ ਦਾ ਮਾਲਕ, ਤੇ ਹੁਕਮ ਉਸ ਦੇ ਹੁਕਮ ਅੰਦਰ, ਹੁਕਮ ਦੇ ਮੰਮੇ ਨੂੰ ਸਿਹਾਰੀ ਲੱਗੀ ਹੈ। ਗੁਰਬਾਣੀ ਦੇ ਵਿੱਚ ਜਿਹੜੇ ਸਤਿਗੁਰੂ ਜੀ ਨੇ ਇਹ ਕੋਈ ਸ਼ਬਦਾਂ ਨੂੰ ਸਿਹਾਰੀਆਂ ਲਾਈਆਂ। ਕਈ ਥਾਵਾਂ ਤੇ ਸਿਹਾਰੀ ਇਸਤਰੀ ਲਿੰਗ ਦਾ ਵਾਚਕ ਹੈ, ਕਈ ਥਾਵਾਂ ਤੇ ਜਿਹੜੀ ਵਿਆਕਰਨ ਦੀ ਭਗਤੀ ਹੈ ਜਾਂ ਵਿਭ ਗਤੀ ਕਹਿੰਦੇ ਨੇ, ਉਹਦੀ ਸਤਵੀਂ ਜਿਹੜੀ ਵਿਭ ਗਤੀ ਹੈ ਵਿੱਚ, ਜਿਵੇਂ ਮਨ ਦੇ ਨੰਨੇ ਨੂੰ ਸਿਹਾਰੀ ਹੋਵੇ ਤਾਂ ਉਹਦਾ ਅਰਥ ਹੁੰਦਾ ਮਨ ਦੇ ਵਿੱਚ। ਇਸ ਤਰ੍ਹਾਂ ਹੀ ਹੁਕਮ ਦੁਆਰਾ, ਹੁਕਮ ਦੇ ਅਨੁਸਾਰ ਚੱਲਣਾ। ਰਜਾ ਦਾ ਮਾਲਕ ਜੋ ਵਾਹਿਗੁਰੂ ਹੈ, ਹੁਕਮ ਦਾ ਮਾਲਕ, ਉਹਦੇ ਹੁਕਮ ਵਿੱਚ ਚੱਲਣਾ, ਤੇ ਫਿਰ ਅਸੀਂ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਚੜ੍ਹ ਸਕਦੇ। ਹੁਣ ਪ੍ਰਸ਼ਨ ਉੱਠਦਾ ਕਿ ਉਹ ਹੁਕਮ ਕਿੱਥੇ ਹੈ ਜੀ? ਤਾਂ ਹਜ਼ੂਰ ਕਹਿੰਦੇ ਨੇ ਹੁਕਮ ਨਾਲ ਹੀ ਲਿਖਿਆ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਹੁਕਮ ਧੁਰ ਤੋਂ ਹੀ, ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ, ਨਾਲ ਹੀ ਲਿਖਿਆ ਹੋਇਆ ਹੈ। ਜਾਂ ਜਿਹੜਾ ਵੀ ਜੀਵ ਪੈਦਾ ਹੋਇਆ ਉਸ ਦੇ ਨਾਲ ਹੁਕਮ ਪਰਮਾਤਮਾ ਦਾ ਲਿਖਿਆ ਹੋਇਆ ਹੈ। ਲਿਖ ਦਾਤ ਜੋਤ ਵਡਿਆਈ। ਹੁਕਮ ਚੱਲਣ ਦਾ ਮਤਲਬ ਹੈ ਭਾਣਾ ਮੰਨੈ ਮਿਲੈ ਤੁਧ ਆਏ। ਇੱਕ ਬਚਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ, ਮਾਨ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ,
ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਇਹ ਪਰਮਾਰਥ ਦੇ ਰਾਹ ਤੇ ਚੱਲ ਕੇ ਪ੍ਰਵਾਨ ਚੜ੍ਹਨ ਵਾਲੇ ਇਹ ਤਿੰਨ ਗੁਣ ਨੇ। ਇੱਕ ਤਾਂ ਮਾਣ ਹੰਕਾਰ ਨਾ ਕਰੀਏ ਤੇ ਵਾਹਿਗੁਰੂ ਦੀ ਸ਼ਰਨ ਪੈ ਕੇ ਰਹੀਏ, ਸ਼ਰਨ ਪੈ ਕੇ ਨਾਮ ਜਪੀਏ। ਤੇ ਤੀਜਾ ਗੁਣ ਹੈ ਜੋ ਕੁਛ ਵਾਹਿਗੁਰੂ ਕਰ ਰਿਹਾ ਉਸ ਦੇ ਹੁਕਮ ਨੂੰ ਭਲਾ ਕਰਕੇ ਮੰਨੀਏ। ਬਹੁਤ ਕਠਿਨ ਹੈ। ਦੁੱਖ ਸੁੱਖ ਤੇਰਾ ਭਾਣਾ ਹੋਵੇ। ਜੇ ਸੁੱਖ ਹੈ ਤੇ ਇਹ ਵੀ ਭਾਣੇ ਅੰਦਰ ਹੀ ਮਿਲਿਆ ਤੇ ਉਦੋਂ ਵੀ ਫੁੱਲਣਾ ਨਾ। ਸੁੱਖ ਦੀ ਪ੍ਰਾਪਤੀ ਕਰਕੇ ਵੀ ਲੋਕ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ। ਤੇ ਦੁੱਖ ਜਦੋਂ ਜ਼ਿਆਦਾ ਮਹਿਸੂਸ ਹੁੰਦਾ, ਪ੍ਰਮਾਤਮਾ ਦਾ ਨਾਮ ਸਿਮਰਨ ਹੈ ਨਹੀਂ, ਅੰਦਰ ਗਿਆਨ ਹੈ ਨਹੀਂ ਤੇ ਝੱਲਣ ਦੀ ਸਮਰੱਥਾ ਨਹੀਂ, ਫਿਰ ਉਹ ਜਿਹੜਾ ਦੁੱਖ ਹੈ ਉਸ ਦੁੱਖ ਦੇ ਵੇਲੇ ਵੀ ਲੋਕ, ਕਿਉਂਕਿ ਪਹਿਲਾਂ ਤਾਂ ਨਾਮ ਜਪਦੇ ਹੀ ਨਹੀਂ, ਜਦੋਂ ਦੁੱਖ ਮਿਲਿਆ ਆਪਣੇ ਕਰਮਾਂ ਮੁਤਾਬਕ ਤੇ ਫਿਰ ਰੱਬ ਨੂੰ ਤਾਨੇ ਮਿਹਣੇ ਦੇਣ ਲੱਗ ਪਏ, ਫਿਰ ਵੀ ਨਹੀਂ ਨਾਮ ਜਪਦੇ। ਉਸ ਤਰ੍ਹਾਂ ਤਾਂ ਹਜ਼ੂਰ ਨੇ ਕਿਹਾ ਦੁੱਖ ਦਾਰੂ ਸੁਖ ਰੋਗ ਭਇਆ। ਪਰਮਾਤਮਾ ਦੇ ਹੁਕਮ 'ਚ ਦੁੱਖ ਮਿਲਦਾ ਤੇ ਉਹ ਸਾਡਾ ਦਾਰੂ ਹੈ, ਸਾਡੇ ਰੋਗਾਂ ਦਾ ਇਲਾਜ ਹੈ। ਸੁੱਖ ਸਗੋਂ ਰੋਗ ਰੂਪ ਹੈ, ਕਿਉਂਕਿ ਪ੍ਰਮਾਤਮਾ ਤੋਂ ਬੇਮੁਖ ਕਰਦਾ। ਜਦੋਂ ਸੁੱਖ ਬਾਹਲੇ ਆ ਜਾਣ ਤੇ ਪ੍ਰਮਾਤਮਾ ਤੋਂ ਜੀਵ ਬੇਮੁਖ ਹੋ ਜਾਂਦਾ। ਯਾਨੀ ਦੁੱਖ ਤੇ ਸੁੱਖ, ਖੁਸ਼ੀ ਗਮੀ ਜੋ ਕੁਛ ਵੀ ਵਾਪਰਦਾ ਹੈ, ਖਿੜੇ ਮੱਥੇ ਉਸ ਦੇ ਹੁਕਮ ਵਿੱਚ ਚੱਲਣਾ, ਜੋ ਧੁਰੋਂ ਹੀ ਜੀਵ ਦੇ ਨਾਲ ਇਹਦੇ ਕਰਮਾਂ ਦੇ ਮੁਤਾਬਕ ਲਿਖਿਆ ਹੋਇਆ। ਜਦੋਂ ਜਨਮ ਲਿਆ ਕਿਸੇ ਜੀਵ ਨੇ ਤੇ ਇਹਦੀ ਉਮਰ ਵੀ ਲਿਖੀ ਹੋਈ ਹੈ ਨਾਲ ਹੀ, ਤੇ ਇਹਨੂੰ ਜਿੰਨੇ ਪਦਾਰਥ ਮਿਲਣੇ ਹਨ, ਜਿੰਨੀ ਕੁ ਵਡਿਆਈ ਮਿਲਣੀ ਹੈ, ਜੋ ਕੁਛ ਵੀ ਮਿਲਣਾ ਹੈ ਉਹ ਹੁਕਮ ਨਾਲ ਹੀ ਆਇਆ ਹੋਇਆ। ਤੇ ਵਾਹਿਗੁਰੂ ਦੇ ਭਾਣੇ 'ਚ ਯਾਨੀ ਕਿ ਪ੍ਰਸੰਨ ਰਹਿਣਾ। ਜਿਵੇਂ ਭਾਈ ਸੰਤੋਖ ਸਿੰਘ ਦਾ ਇੱਕ ਭਜਨ ਹੈ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥ ਪਾਵਨ। ਹਉਮੈ ਹੰਗਤਾ ਨੂੰ ਛੱਡਣਾ, ਨਾਮ ਵਿੱਚ ਲਿਵ ਲਾਉਣੀ। ਤੇ ਤੀਸਰਾ ਗੁਣ ਗੁਰਮੁਖ ਕਰਦੇ ਨੇ ਭਾਣਾ ਮੰਨਣਾ। ਵਾਹਿਗੁਰੂ ਦੇ ਭਾਣੇ ਹੁਕਮ ਨੂੰ ਮੰਨ ਕੇ ਇੱਕ ਰਸ ਵਾਹਿਗੁਰੂ ਦੀ ਰਜ਼ਾ ਵਿੱਚ ਪ੍ਰਸੰਨ ਚਿਤ ਰਹਿਣਾ, ਪ੍ਰਮਾਤਮਾ ਦੇ ਸਨਮੁਖ ਰਹਿਣਾ, ਦੁੱਖ ਦੇ ਵੇਲੇ ਵੀ, ਸੁੱਖ ਦੇ ਵੇਲੇ, ਖੁਸ਼ੀ ਵੇਲੇ, ਗਮੀ ਵੇਲੇ। ਇਹ ਹੁਕਮ ਨਾਲ ਹੀ ਚੱਲਿਆ ਹੋਇਆ ਹੈ। ਜਦੋਂ ਧੁਰੋਂ ਸ੍ਰਿਸ਼ਟੀ ਰਚੀ ਹੈ, ਧੁਰ ਤੋਂ ਹੀ ਹੁਕਮ ਜੀਆਂ ਦੇ ਨਾਲ ਆਇਆ ਹੋਇਆ। ਤੇ ਇਸ ਤਰ੍ਹਾਂ ਜੇ ਹੁਕਮ ਵਿੱਚ ਪ੍ਰਸੰਨ ਹੋ ਕੇ ਚੱਲੀਏ ਤੇ ਫਿਰ ਅਸੀਂ ਸਚਿਆਰ ਹੋਵਾਂਗੇ, ਸੱਚ ਦੇ ਧਾਰਨੀ ਬਣ ਜਾਵਾਂਗੇ। ਤੇ ਕੂੜ ਝੂਠ ਦੀ ਪਾਲ ਜਿਹੜੀ ਕੰਧ ਸਾਡੇ ਅੰਦਰ ਹੈ ਉਹ ਟੁੱਟ ਜਾਏਗੀ ਤੇ ਵਾਹਿਗੁਰੂ ਸੱਚ ਸਰੂਪ ਹੈ। ਫਿਰ ਅਸੀਂ ਉਸ ਦੇ ਵਿੱਚ ਅਭੇਦ ਹੋ ਜਾਵਾਂਗੇ, ਉਸ ਦੇ ਦਰ ਤੇ ਪ੍ਰਵਾਨ ਚੜ੍ਹ ਜਾਵਾਂਗੇ। ਇਹ ਮਾਰਗ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲੀ ਪੌੜੀ ਵਿੱਚ ਸਭ ਸੰਸਾਰ ਲਈ ਕਲਿਆਣ ਕਰਨ ਵਾਲਾ, ਸਭ ਲਈ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਇਹ ਅਗੰਮੀ ਪਾਕ ਕਲਮਾ, ਇਹ ਇਲਾਹੀ ਦਰਗਾਹੀ ਹੁਕਮ ਸਤਿਗੁਰੂ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਜਿੰਨੀ ਵੀ ਪਵਿੱਤਰ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਇੱਕ ਇਸਲਾਮ ਦੇ ਵਿੱਚ 12ਵੀਂ ਸਦੀ 'ਚ ਸ਼ਾਹ ਵਲੀ ਨਿਆਮਤ ਉੱਲਾ ਨਾਂ ਦਾ ਪੀਰ ਹੋਇਆ। ਉਸ ਦੇ ਲਿਖੇ ਹੋਏ ਬਚਨ ਨੇ ਵੀ ਆਉਣ ਵਾਲੇ ਸਮੇਂ 'ਚ ਇੱਕ ਨਾਨਕ ਨਾਮ ਦੇ ਪੈਗੰਬਰ ਪ੍ਰਗਟ ਹੋਣਗੇ। ਉਹਨਾਂ ਤੇ ਇੱਥੋਂ ਤੱਕ ਲਿਖਿਆ ਕਿ ਖੁਦਾ ਹੀ ਨਾਨਕ ਨਾਮ ਰਖਾ ਕੇ ਪ੍ਰਗਟ ਹੋਣਗੇ ਤੇ ਇੱਕ ਐਸਾ ਪਾਕ ਪਵਿੱਤਰ ਕਲਮਾ ਉਹ ਲੈ ਕੇ ਆਉਣਗੇ ਜੋ ਅਜੇ ਤੱਕ ਸੰਸਾਰ ਵਿੱਚ ਪ੍ਰਗਟ ਨਹੀਂ ਹੋਇਆ। ਭਾਵ ਗੁਰੂ ਕੀ ਬਾਣੀ ਬਾਰੇ ਉਹਨਾਂ ਨੇ ਭਵਿੱਖਤ ਵਚਨ ਕਹੇ ਨੇ ਕਿ ਆਉਣ ਵਾਲੇ ਸਮੇਂ 'ਚ ਖੁਦਾ ਆਪ ਨਾਨਕ ਨਾਮ ਰਖਾ ਕੇ ਆਵੇਗਾ ਤੇ ਇੱਕ ਪਾਕ ਕਲਮਾ ਲੈ ਕੇ ਆਏਗਾ ਸੰਸਾਰ ਦੀ ਕਲਿਆਣ ਵਾਸਤੇ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਪਵਿੱਤਰ ਬਚਨ ਸਤਿਗੁਰਾਂ ਦਾ ਸਰੂਪ ਹਨ ਤੇ ਇਹਨਾਂ ਬਚਨਾਂ ਦਾ ਸਾਡੇ ਮਨਾਂ ਤੇ ਪ੍ਰਭਾਵ ਅਸਰ ਪਵੇ, ਅਸੀਂ ਹਿਰਦੇ 'ਚ ਵਸਾ ਲਈਏ ਤੇ ਇਹਨਾਂ ਬਚਨਾਂ ਦੇ ਅਨੁਸਾਰ ਚੱਲਣ ਦਾ, ਆਪਣਾ ਜੀਵਨ ਜਿਉਣ ਦਾ ਯਤਨ ਕਰੀਏ ਤਾਂ ਵਾਹਿਗੁਰੂ ਜੀ ਦੇ ਦਰ ਤੇ ਅਸੀਂ ਪ੍ਰਵਾਨ ਚੜ੍ਹ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।